Okay, Jaspreet, this video is for you because you are doing one mistake again and again. So that is why I decided to make a video for you so that I hope I can clear your doubt. So you can see this is your first sentence of BP1. I call this topic sentence. You are writing at the outset, people work at home and study at home with the help of telephone lines is a positive change for employees and students in terms of they can solve their money and time. So here is your first sentence. So in this sentence there is a problem of sentence structure, and I typed this sentence here. So this is your sentence that you have written in your essay. So what is the problem with this sentence? So the problem is people work is a verb here, study is a verb here, with the help of is a verb here, and for employees and in terms of they can change, they can save, a verb here. So it is a simple sentence. Let me tell you, it is a simple sentence, and in simple sentence there is always a one verb. However, you wrote three verbs, I would say four verbs. So A भी verb, work भी verb, study भी verb, is भी verb, you can save. So एक simple sentence ਵਿੱਚ ਹਮੇਸ਼ਾ ਇੱਕ ਹੀ verb ਹੋਊਗਾ। Compound ਤੇ complex sentence ਵਿੱਚ more than one verb ਹੋ ਸਕਦਾ। ਜੇ ਤੁਸੀਂ ਮੇਰਾ ਕੰਪਾਊਂਡ ਤੇ ਕੰਪਲੈਕਸ ਦਾ ਲੈਕਚਰ ਲਗਾਇਆ ਹੈਗਾ, ਉਹਦੇ ਵਿੱਚ ਤੁਹਾਨੂੰ ਪਤਾ ਹੋਊਗਾ ਕਿ ਸਿੰਪਲ ਸੈਂਟੈਂਸ ਔਰ ਕੰਪਾਊਂਡ ਸੈਂਟੈਂਸ 'ਚ ਕੀ ਫਰਕ ਹੁੰਦਾ ਹੈਗਾ। ਕਲੀਅਰ? ਸੋ ਉਸ ਸੈਂਸ ਦੇ ਵਿੱਚ ਇਸ ਸੈਂਟੈਂਸ ਦੇ ਵਿੱਚ ਇਹ ਸਿੰਪਲ ਸੈਂਟੈਂਸ ਹੋਣ ਦੇ ਬਾਵਜੂਦ ਵੀ ਇਹਦੇ ਵਿੱਚ ਤੁਸੀਂ 2-3 ਤੋਂ 4 ਵਰਬ ਰੱਖੀਆਂ ਹੋਈਆਂ ਨੇ। ਇਹ ਇਹਦੀ ਸਭ ਤੋਂ ਵੱਡੀ ਮਿਸਟੇਕ ਹੈਗੀ ਹੈ। ਹੁਣ ਲੈਟ ਮੀ ਟੈਲ ਯੂ ਇਹ ਮਿਸਟੇਕ ਆਈ ਕਿਉਂ। ਤੁਸੀਂ ਜਨਰਲੀ ਇਸ ਤਰ੍ਹਾਂ ਦੀ ਮਿਸਟੇਕ ਨਹੀਂ ਕਰਦੇ ਹੈਗੇ। ਤੁਸੀਂ ਬਹੁਤ ਹੀ ਅੱਛੀ ਤੁਹਾਡੀ ਯਾਨੀ ਕਿ ਇੰਗਲਿਸ਼ ਦੀ ਰਾਈਟਿੰਗ ਦਾ ਸਕਿੱਲ ਹੈਗਾ ਤੁਹਾਡੇ ਕੋਲ। ਇਹ ਮਿਸਟੇਕ ਕਿਉਂ ਰਾਈਜ਼ ਹੋਈ? ਕਿਉਂਕਿ ਤੁਸੀਂ ਮੇਰਾ ਟੈਂਪਲੇਟ ਯੂਜ਼ ਕਰਨ ਦੀ ਕੋਸ਼ਿਸ਼ ਕਰੀ। ਦਿਸ ਇਜ਼ ਅਵਰ ਟੈਂਪਲੇਟ, ਤੇ ਤੁਸੀਂ ਇਸ ਟੈਂਪਲੇਟ ਦੇ ਵਿੱਚ ਮਿਸਟੇਕ ਕਰ ਰਹੇ ਹੋ। ਇਸ ਟੈਂਪਲੇਟ ਦੇ ਵਿੱਚ ਤੁਸੀਂ ਐਸੇ ਪ੍ਰੌਂਪਟ ਨੂੰ ਫਿੱਟ ਕਰਨ ਦੇ ਵਿੱਚ ਮਿਸਟੇਕ ਕਰ ਰਹੇ ਹੈਗੇ ਹੋ। ਤੁਸੀਂ ਉਸ ਲੈਕਚਰ ਨੂੰ ਧਿਆਨ ਨਾਲ ਸੁਣਿਆ ਨਹੀਂ ਹੈਗਾ। ਮੈਂ ਕਹਿ ਰਿਹਾ ਐਟ ਦਾ ਆਊਟਸੈਟ ਇੱਥੇ ਮੈਨੂੰ ਫਰੇਜ਼ ਰੱਖਣਾ ਪੈਣਾ। ਦੇयर शुड बी ਫਰੇਜ਼। ਇੱਥੇ ਹੀ ਫਰੇਜ਼ ਆਊਗਾ। ਜੋ ਵੀ ਮੈਂ ਗੱਲ ਕਹਿਣੀ ਉਹ ਫਰੇਜ਼ ਹੋਣਾ ਚਾਹੀਦਾ, ਕਲੌਜ਼ ਨਹੀਂ। ਤੇ ਇੱਥੇ ਵੀ ਫਰੇਜ਼ ਹੋਣਾ ਚਾਹੀਦਾ। ਇੱਥੇ ਵੀ ਫਰੇਜ਼ ਤੇ ਇੱਥੇ ਵੀ ਫਰੇਜ਼। ਸੋ ਤਿੰਨਾਂ ਫਿਲਿੰਗ ਦੀ ਬਲੈਂਕਸ ਦੇ ਵਿੱਚ ਮੇਰਾ ਫਰੇਜ਼ ਆਊਗਾ, ਕਿਉਂਕਿ ਮੈਂ ਆਲਰੇਡੀ ਵਰਬ ਸੈਂਟੈਂਸ ਦੇ ਵਿੱਚ ਦੇ ਚੁੱਕਿਆ ਹੈਗਾ। ਕਿਉਂਕਿ ਵਰਬ ਮੇਰਾ ਇਜ਼ ਮੈਂ ਆਲਰੇਡੀ ਮੇਰੇ ਟੈਂਪਲੇਟ ਦੇ ਵਿੱਚ ਸੀ। ਸੋ ਦੈਟ ਮੀਨਸ ਤੁਹਾਨੂੰ ਇਹ ਵਰਬ ਰਿਮੂਵ ਕਰਨਾ ਪੈਣਾ ਤੇ ਕਿਸੇ ਤਰੀਕੇ ਨਾਲ ਇਹ ਵਰਬ ਰਿਮੂਵ ਕਰਨਾ ਪੈਣਾ ਹੈ। ਦੈਟ ਮੀਨਸ ਇੱਕ ਹੋਰ ਗੱਲ ਹੋ ਸਕਦੀ ਹੈ, ਮੇਬੀ ਤੁਹਾਨੂੰ ਡਿਫਰੈਂਸ ਨਾ ਪਤਾ ਹੋਵੇ। ਡੂ ਯੂ ਨੋ ਵਾਟ ਇਜ਼ ਫਰੇਜ਼ ਐਂਡ ਡੂ ਯੂ ਨੋ ਵਾਟ ਇਜ਼ ਕਲੌਜ਼? ਦੈਟ ਮੀਨਸ ਇਹ ਫਿਲਿੰਗ ਦੀ ਬਲੈਂਕਸ ਦੇ ਵਿੱਚ ਮੈਂ ਕਲੌਜ਼ ਨਹੀਂ ਰੱਖ ਸਕਦਾ, ਮੈਨੂੰ ਫਰੇਜ਼ ਰੱਖਣੇ ਪੈਣਗੇ। ਜਿਹੜੇ ਤੁਸੀਂ ਰੱਖ ਰਹੇ ਹੋ ਦਿਸ ਇਜ਼ ਕਾਲਡ ਕਲੌਜ਼। ਇਹ ਜਿਹੜੀ ਮੈਂ ਹਾਈਲਾਈਟ ਕਰੀ ਆ ਇਹ ਕਲੌਜ਼ ਆ। ਕਲੌਜ਼ ਕੀ ਹੁੰਦਾ? ਗਰੁੱਪ ਆਫ ਵਰਡਸ ਜਿਹਦੇ ਵਿੱਚ ਇੱਕ ਵਰਬ ਹੋਵੇ ਜਾਂ ਇੱਕ ਤੋਂ ਵੱਧ ਵਰਬ ਹੋਵੇ, ਦੈਟ ਇਜ਼ ਕਾਲਡ ਕਲੌਜ਼। ਜਿਵੇਂ ਵਿੱਚ ਦੋ ਵਰਬ ਨੇ ਐਂਡ ਲੱਗਿਆ ਹੋਇਆ ਤਾਂ ਇਹਦੇ ਵਿੱਚ ਵਰਕ ਸਟੱਡੀ। ਇਹ ਕਲੌਜ਼ ਮਤਲਬ ਇੱਕ ਸਿੰਪਲ ਸੈਂਟੈਂਸ ਹੁੰਦਾ, ਦੈਟ ਇਜ਼ ਕਾਲਡ ਕਲੌਜ਼। ਤਾਂ ਤੁਸੀਂ ਨੇ ਇਸ ਫਰੇਜ਼ ਦੀ ਜਗ੍ਹਾ ਤੇ ਕਲੌਜ਼ ਰੱਖਤਾ, ਤੇ ਫਿਰ ਆਫ ਤੋਂ ਬਾਅਦ ਫਿਰ ਤੁਸੀਂ ਨੇ ਕਲੌਜ਼ ਰੱਖਤਾ ਜਿਹੜਾ ਇੱਥੇ ਸੀ। ਕਲੌਜ਼ ਕਿ ਮੈਨੂੰ ਕਿਉਂ ਪਤਾ ਲੱਗਿਆ ਕਲੌਜ਼ ਆ? ਗਰੁੱਪ ਆਫ ਵਰਡਸ ਨੇ ਤੇ ਇਹਦੇ ਵਿੱਚ ਕੀ ਹੈਗਾ? ਇੱਕ ਵਰਬ ਹੈਗਾ, ਦੈਟ ਮੀਨਸ ਇਟ ਇਜ਼ ਅ ਕਲੌਜ਼। ਹੁਣ ਮੈਂ ਤੁਹਾਨੂੰ ਕੈਂਬਰਿਜ ਦੀ ਡੈਫੀਨੇਸ਼ਨ ਦੱਸਦਾ ਹੈਗਾ ਫਰੇਜ਼ ਤੇ ਕਲੌਜ਼ ਦੀ। ਕਲੌਜ਼ ਕੀ ਕਹਿੰਦਾ ਆ? ਕੈਂਬਰਿਜ ਕੀ ਕਹਿੰਦਾ ਕਲੌਜ਼ ਨੂੰ ਲੈ ਕੇ? ਅ ਗਰੁੱਪ ਆਫ ਵਰਡਸ consisting a subject
एंड अ फाइनल फॉर्म ऑफ वर्ब। सब्जेक्ट मतलब ग्रुप ऑफ वर्ड्स ने जिहदा एक सब्जेक्ट है ते उहदा एक वर्ब हैगा, दैट मीन्स इट इज अ सिंपल सेंटेंस। इन अ सेंटेंस I cannot cook very well, but I make quite good pancakes. Both I cannot cook very well and I make a good pancake are main and dependent clauses. ये दो dependent clauses ने compound sentence लिखे हुआ जो इन्हें example से लिखे हैगा। So that means ये विच दो verb ने पाइए ने cook आ गई ते दूजी ਮੇਕ ਆ ਗਈ। ਇਹ ਦੋ ਉਹਦੇ ਵਿੱਚ ਇਹਨਾਂ ਨੇ ਵਰਬ ਪਾਈਆਂ ਹੋਈਆਂ ਨੇ, ਠੀਕ ਹੈ ਜੀ। ਸੋ ਦੈਟ ਮੀਨਸ ਗਰੁੱਪ ਆਫ ਵਰਡਸ ਜਿਹਦੇ ਵਿੱਚ ਇੱਕ ਸਬਜੈਕਟ ਹੋਵੇ ਤੇ ਇੱਕ ਵਰਬ ਹੋਵੇ, ਦੈਟ ਇਜ਼ ਕਾਲਡ ਕਲੌਜ਼, ਠੀਕ ਹੈ ਜੀ। ਇਹਨੂੰ ਕਲੌਜ਼ ਕਹਿ ਦਿੰਦੇ ਹੈਗੇ। ਹੁਣ ਵਾਟ ਇਜ਼ ਫਰੇਜ਼? ਫਰੇਜ਼ ਨੂੰ ਕੀ ਕਹਿੰਦੀ ਆ? ਫਰੇਜ਼ ਹਮੇਸ਼ਾ ਨਾਊਨ ਹੁੰਦਾ ਤੇ ਜਿਹੜਾ ਕਲੌਜ਼ ਆ ਉਹਨੂੰ ਸਪੈਸੀਫਾਈ ਨਹੀਂ ਕਰਿਆ, ਖੈਰ ਕਿਹਾ ਨਾਊਨ ਹੀ ਰਹੇ ਨੇ ਇਹਨੂੰ। ਸੋ a group of words that is a part of rather than a whole of a sentence mean ਜਿਹੜਾ phrase ਆ ਉਹ ਕਦੇ ਵੀ sentence ਨਹੀਂ ਹੋ ਸਕਦਾ, ਉਹ ਉਹਦਾ part ਹੋਊਗਾ, ਉਹਦਾ ਕੁਝ part ਹੋਊਗਾ sentence ਦਾ, ਕਦੇ ਵੀ whole sentence ਨਹੀਂ ਹੋ ਸਕਦਾ। then group of words without verb that is called phrase, ਠੀਕ ਹੈ। ਇਹ ਮੇਰੀ ਖੁਦ ਦੀ ਬਣਾਈ ਹੋਈ ਡੈਫੀਨੇਸ਼ਨ ਆ, ਇਹਨੇ ਕੋਈ ਐਗਜ਼ਾਮਪਲ ਨਹੀਂ ਦਿੱਤੀ ਹੈਗੀ ਇੱਥੇ। A short group of words that often used together and have a particular meaning, ठीक है जी। so this is phrase and this is clause। ਹੁਣ ਤੁਹਾਡੇ sentence ਦੀ correction ਕਿਵੇਂ ਹੋ ਸਕਦੀ ਹੈਗੀ ਹੈ ਜੋ ਤੁਸੀਂ sentence ਲਿਖਿਆ ਹੈਗਾ, ਇਹਨੂੰ ਆਪਾਂ correct ਕਰਾਂਗੇ, ਇਹਨੂੰ ਆਪਾਂ phrase ਦੇ ਵਿੱਚ convert ਕਰ ਦਾਂਗੇ। people work at home and study at home with the help of ਟੈਲੀਫੋਨ ਲਾਈਨਸ। ਟੈਲੀਫੋਨ ਲਾਈਨਸ ਵੀ ਬੜਾ ਤੁਸੀਂ ਬੜਾ ਵਕੈਬ ਤੇ ਫੋਕਸ ਕਰ ਰਹੇ ਹੋ, ਕੋਈ ਫਰਕ ਨਹੀਂ ਪੈਂਦਾ ਜੇ ਮੋਬਾਈਲ ਫੋਨ ਤੋਂ ਜਾਂ ਕੰਪਿਊਟਰ ਟੈਕਨੋਲੋਜੀ ਨੇ ਕੰਪਿਊਟਰ ਟੈਕਨੋਲੋਜੀ ਲਿਖ ਦਾਂਗੇ, ਇਹਦੇ ਨਾਲ ਤੁਹਾਡੇ ਕੋਈ ਵੀ ਲੈਕਸੀਕਲ ਰਿਸੋਰਸਿਸ ਤੇ ਬਹੁਤ ਜ਼ਿਆਦਾ ਇੰਪੈਕਟ ਨਹੀਂ ਪੈਣ ਲੱਗਿਆ ਹੈਗਾ, ਠੀਕ ਹੈ ਜੀ। ਸੋ ਮੈਂ ਪਹਿਲਾਂ ਇਸ ਚੀਜ਼ ਨੂੰ ਇਕੱਲੇ ਇਸ ਸੈਂਟੈਂਸ ਨੂੰ ਇਸ ਫਰੇਜ਼ ਨੂੰ ਕਲੌਜ਼ ਚ ਕਨਵਰਟ ਕਰਦਾ। people work at home and study at home with the help of telephones। ਇਹਨੂੰ ਮੈਂ ਐਵੇਂ ਲਿਖੂੰਗਾ, the concept of working from home, working or studying from home with the help of technology, ठीक है। मेरा फेज बन गया। The concept of working or studying from home with the help of technology is a positive change। जो भी तुसी कहना इन्हू कॉपी करो ते इस जगह ते पेस्ट कर दो। हम बढ़ के देखो की सेंस बन रही है थोड़ी। At the outset, the concept of working or studying from home is a positive change। ਹੁਣ ਇਹ 'ਚ ਕੋਈ ਵਰਬ ਨਹੀਂ ਰਿਹਾ, ਇਸ ਵਿੱਚ ਕੋਈ ਵਰਬ ਨਹੀਂ ਹੈਗਾ, ਇਹ ਸਾਰੇ ਫਰੇਜ਼ ਆ, ਇਹ ਕੰਪਲੀਟ ਫਰੇਜ਼ ਆ। ਕਲੀਅਰ? So the concept of working or studying from home with the help of technology is a positive change, ठीक है जी। सो एक फ्रेज उड़ गया। फॉर इंडिविजुअल्स ਆਪਾਂ यानी कि फॉर एम्प्लॉइज एंड स्टूडेंट्स लिख सकते हैं ਜਾਂ इंडिविजुअल लिख सकते हैं इन individuals, for individuals। so at the outset, the concept of working or studying from home with the help of technology is a positive change for individuals। मैं कह रहा इंडिविजुअल ਲਈ ਇਹ ਪੋਜ਼ਿਟਿਵ ਚੇਂਜ ਹੈਗੀ ਹੈ। ਜਾਂ ਫॉर ਸਟੂਡੈਂਟਸ ਐਂਡ EMPLOYEES ਜੋ ਤੁਸੀਂ ਲਿਖਿਆ ਸੀ ਉਹ ਐਜ਼ ਇਟ ਇਜ਼ ਫਿਟ ਹੋ ਸਕਦਾ, ਉਹ ਤਾਂ ਉਹਦਾ ਕੋਈ ਇਸ਼ੂ ਨਹੀਂ ਹੈਗਾ ਜੋ ਤੁਸੀਂ ਅੱਛਾ ਲਿਖਿਆ। ਫॉर EMPLOYEES ਐਂਡ ਫॉर ਸਟੂਡੈਂਟਸ, ਠੀਕ ਹੈ। ਇਹਨੂੰ ਐਜ਼ ਇਟ ਇਜ਼ ਮੈਂ ਇੱਥੇ ਪੁੱਟ ਅਪ ਕਰ ਦੇਣਾ ਹੈਗਾ, ਇਹਦੀ ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ। ਫਿਰ ਇਨ ਟਰਮਸ ਆਫ ਕਿਸ ਸੈਂਸ ਦੇ ਵਿੱਚ ਉਹਨਾਂ ਨੂੰ ਪੋਜ਼ਿਟਿਵ ਹੋ ਰਿਹਾ ਹੈਗਾ, ਤੁਸੀਂ ਲਿਖ ਰਹੇ ਹੋ ਇਨ ਟਰਮਸ ਆਫ। ਦੇਖੋ ਆਫ ਪ੍ਰੈਪੋਜੀਸ਼ਨ ਆ, ਪ੍ਰੈਪੋਜੀਸ਼ਨ ਤੋਂ ਬਾਅਦ ਕਦੇ ਵੀ ਆਪਾਂ ਨੇ ਕਲੌਜ਼ ਨਹੀਂ ਲਿਖਣਾ ਹੁੰਦਾ, ਠੀਕ ਹੈ। ਤੁਸੀਂ ਕਦੇ ਮਿਸਟੇਕ ਨਹੀਂ ਕਰਦੇ, ਸਿਰਫ ਇੱਥੇ ਹੋ ਰਹੀ ਹੈ।
ਹੁਣ they can save their money and time. Can you convert this clause into phrase? ਤੁਸੀਂ try ਕਰਕੇ ਦੇਖੋ। ਹੁਣ ਤੁਸੀਂ ਉੱਪਰ ਆਪਾਂ ਕਰਿਆ ਹੈਗਾ, ਜਸਪ੍ਰੀਤ ਦੇ ਜੋ ਵੀ ਸਟੂਡੈਂਟ ਇਹਨੂੰ ਦੇਖ ਰਿਹਾ ਹੈਗਾ, ਤੁਸੀਂ ਇਸ ਨੂੰ ਕਨਵਰਟ ਕਰਕੇ ਦੇਖੋ ਫਰੇਜ਼ ਵਿੱਚ ਤੁਸੀਂ ਕੀ ਲਿਖੋਗੇ। ਠੀਕ ਹੈ, ਇਨ ਟਰਮਸ ਆਫ ਇਹ ਹੋ ਜਾਊਗਾ ਸੇਵਿੰਗ ਮਨੀ ਐਂਡ ਟਾਈਮ। ਬਸ ਇੰਨੀ ਕਹਾਣੀ ਸੀ, ਇਨ ਟਰਮਸ ਆਫ ਸੇਵਿੰਗ ਮਨੀ ਐਂਡ ਟਾਈਮ। ਇਹਨੂੰ ਕਾਪੀ ਕਰੋ, ਇੱਥੇ ਆ ਗਿਆ, ਲਓ ਜੀ। this is your 100% grammatically correct sentence। ठीक है जी। So at the outset, the concept of working or studying from home with the help of technology is a positive change for employees and students in terms of saving of time, money and time। देखो ये भी sort of phrase है। now this is a phrase and this is also a phrase। ਹੁਣ ਤੁਸੀਂ ਆਪਣੇ ਦੋਨੇ ਸੈਂਟੈਂਸਿਸ ਨੂੰ ਕੰਪੇਅਰ ਕਰਕੇ ਦੇਖੋ, ਜੋ ਤੁਸੀਂ ਲਿਖਿਆ ਸੀ ਤੇ ਜਿਹੜਾ ਹੁਣ ਮੈਂ ਲਿਖਿਆ ਹੈਗਾ। ਜੇ ਤੁਹਾਨੂੰ ਹਲੇ ਵੀ ਇਹਦੇ ਵਿੱਚ ਕਨਫਿਊਜ਼ਨ ਆ ਤਾਂ ਫਿਰ ਮੇਰੇ ਨਾਲ ਕੰਟੈਕਟ ਕਰੋ, ਸੋ ਦੈਟ ਆਪਾਂ ਇਹਨੂੰ ਰੈਕਟੀਫਾਈ ਕਰ ਸਕੀਏ। ਮੈਨੂੰ ਨਹੀਂ ਲੱਗਦਾ ਸ਼ਾਇਦ ਤੁਹਾਨੂੰ ਹੁਣ ਪ੍ਰੋਬਲਮ ਹੋਊ ਇਹਦੇ ਵਿੱਚ। ਕਲੀਅਰ? ਸੋ ਇਹਨਾਂ ਦੋਨਾਂ ਸੈਂਟੈਂਸਿਸ ਨੂੰ ਪੜ੍ਹੋ ਧਿਆਨ ਨਾਲ। ਇਹ ਇਸ ਲਾਈਨ ਨੂੰ ਪੜ੍ਹੋ ਤੇ ਇਸ ਲਾਈਨ ਨੂੰ ਪੜ੍ਹੋ, ਦੋਨਾਂ 'ਚ ਫਰਕ ਸਮਝੋ। ਜੇ ਤੁਹਾਨੂੰ ਹਲੇ ਹੀ ਫਰਕ ਨਹੀਂ ਸਮਝ ਆ ਰਿਹਾ, then you should talk to me again। okay, thank you very much for watching this video। so this is how कि जो बच्चा अपने को ऑनलाइन कोचिंग ले रहा है, जे उन्होंने कोई भी प्रॉब्लम आती है तो असी पूरा फोकस पूरी कोशिश करते हैं कि उन्होंने प्रॉपरली उस प्रॉब्लम ਨੂੰ ਆਪਾਂ रेक्टिफाई कर सकी। ठीक है जी। थैंक यू वेरी मच for watching this video। kindly subscribe my channel if you think it is useful for you, and like my videos if you think they deserve a like from you। thank you very much once again।